वेरी गुड मॉर्निंग 10th क्लास। आज हम करने जा रहे हैं सब्जेक्ट सोशल साइंस का लेसन एग्रीकल्चर डेवलपमेंट इन इंडिया। ਭਾਰਤ ਵਿੱਚ ਖੇਤੀਬਾੜੀ ਦਾ ਵਿਕਾਸ। ਸਭ ਤੋਂ ਪਹਿਲਾਂ ਬੇਟਾ ਆਪਾਂ ਪੜਾਂਗੇ ਭੂਮਿਕਾ ਇੰਟਰੋਡਕਸ਼ਨ। ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਮੰਨਿਆ ਜਾਂਦਾ ਹੈ ਕਿਉਂਕਿ ਭਾਰਤ ਵਿੱਚ ਅੱਜ ਵੀ 68% ਜਨਸੰਖਿਆ ਖੇਤੀ ਖੇਤਰ ਵਿੱਚ ਰੁਜ਼ਗਾਰ ਪ੍ਰਾਪਤ ਕਰ ਰਹੀ ਹੈ। ਆਜ਼ਾਦੀ ਪਿੱਛੋਂ ਭਾਰਤ ਵਾਸੀਆਂ ਨੂੰ ਅੰਗਰੇਜ਼ਾਂ ਕੋਲੋਂ ਪਿਛੜੀ ਖੇਤੀ ਅਰਥ ਵਿਵਸਥਾ ਹੀ ਵਿਰਾਸਤ ਵਿੱਚ ਮਿਲੀ ਸੀ। ਮਹਾਤਮਾ ਗਾਂਧੀ ਵੀ ਖੇਤੀ ਨੂੰ ਭਾਰਤ ਦੀ ਆਤਮਾ ਮੰਨਦੇ ਸਨ। ਨਹਿਰੂ ਜੀ ਨੇ ਇਸ ਲਈ ਕਿਹਾ ਸੀ ਖੇਤੀ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਦੇਣ ਦੀ ਲੋੜ ਹੈ। ਡਾਕਟਰ BKRV ਰਾਓ ਨੇ ਖੇਤੀ ਦੇ ਮਹੱਤਵ ਉੱਤੇ ਰੌਸ਼ਨੀ ਪਾਉਂਦੇ ਹੋਏ ਕਿਹਾ ਸੀ ਜੇਕਰ 5 ਸਾਲਾ ਯੋਜਨਾਵਾਂ ਦੇ ਅਧੀਨ ਵਿਕਾਸ ਦੇ ਵਿਸ਼ਾਲ ਪਹਾੜ ਨੂੰ ਲੰਘਣਾ ਹੈ ਖੇਤੀ ਲਈ ਨਿਰਧਾਰਿਤ ਟੀਚਿਆਂ ਨੂੰ ਪੂਰਾ ਕਰਨਾ ਜ਼ਰੂਰੀ ਹੈ। ਤਾਂ ਸਟੂਡੈਂਟਸ ਇਸ ਤੋਂ ਆਪਾਂ ਨੂੰ ਪਤਾ ਚੱਲਦਾ ਹੈ ਵੀ ਜਿਹੜਾ ਸਾਡਾ ਦੇਸ਼ ਹੈ ਭਾਰਤ ਉਹ ਖੇਤੀ ਪ੍ਰਧਾਨ ਦੇਸ਼ ਹੈ। ਇੱਥੇ ਵਿੱਚ ਸਭ ਤੋਂ ਜ਼ਿਆਦਾ 68% ਜਿਹੜੀ ਜਨਸੰਖਿਆ ਹੈ ਪੋਪੂਲੇਸ਼ਨ ਹੈ ਉਹ ਰੁਜ਼ਗਾਰ ਖੇਤੀ ਤੋਂ ਹੀ ਪ੍ਰਾਪਤ ਕਰਦੀ ਹੈ। ਅੰਗਰੇਜ਼ਾਂ ਦੇ ਵੱਲੋਂ ਪਿਛੜੀ ਹੋਈ ਖੇਤੀ ਸਾਨੂੰ ਵਿਰਾਸਤ 'ਚ ਮਿਲੀ ਸੀ ਔਰ ਇਸ ਬਾਰੇ ਮਹਾਤਮਾ ਗਾਂਧੀ ਜੀ ਨੇ ਡਾਕਟਰ BKRB ਨੇ ਆਪਣੇ ਵਿਚਾਰ ਪੇਸ਼ ਕੀਤੇ ਨੇ। ਜ਼ਿਆਦਾਤਰ ਲੋਕ ਜੋ ਰੁਜ਼ਗਾਰ ਹੈ ਉਹ ਖੇਤੀ ਖੇਤਰ ਵਿੱਚ ਹੀ ਪ੍ਰਾਪਤ ਕਰਦੇ ਹਨ। ਨੈਕਸਟ ਹੈ ਮੀਨਿੰਗ ਆਫ ਆ ਐਗਰੀਕਲਚਰ, ਖੇਤੀ ਦਾ ਅਰਥ। ਅੰਗਰੇਜ਼ੀ ਭਾਸ਼ਾ ਦਾ ਐਗਰੀਕਲਚਰ ਸ਼ਬਦ ਲੈਟਿਨ ਭਾਸ਼ਾ ਦੇ ਦੋ ਸ਼ਬਦਾਂ ਐਗਰੀ ਖੇਤ, ਫੀਲਡਸ ਅਤੇ ਕਲਚਰ ਖੇਤੀ ਤੋਂ ਲਿਆ ਗਿਆ ਹੈ। ਵੈਬਸਟਰ ਸ਼ਬਦਕੋਸ਼ ਦੇ ਅਨੁਸਾਰ ਇੱਕ ਖੇਤ ਵਿੱਚ ਪਸ਼ੂਆਂ ਅਤੇ ਫਸਲਾਂ ਦੇ ਉਤਪਾਦਨ ਸੰਬੰਧੀ ਕਲਾ ਜਾਂ ਵਿਗਿਆਨ ਨੂੰ ਖੇਤੀ ਕਹਿੰਦੇ ਹਨ। ਸੋ ਬੇਟਾ मीनिंग क्या है एग्रीकल्चर का कि जो भी खेत ਦੇ ਵਿੱਚ ਪਸ਼ੂਆਂ ਔਰ ਫਸਲਾਂ ਸੰਬੰਧੀ ਉਤਪਾਦਨ ਕੀਤਾ ਜਾਂਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਐਗਰੀਕਲਚਰ। ਇੱਕ ਖੇਤ ਦੇ ਵਿੱਚ ਪਸ਼ੂਆਂ ਨੂੰ ਲੈ ਕੇ ਔਰ ਫਸਲਾਂ ਦੇ ਉਤਪਾਦਨ ਨੂੰ ਲੈ ਕੇ ਜਿਹੜੀ ਕਲਾ ਹੈ ਵਿਗਿਆਨ ਹੈ ਉਸ ਨੂੰ ਐਗਰੀਕਲਚਰ ਖੇਤੀ ਕਿਹਾ ਜਾਂਦਾ ਹੈ ਔਰ ਇਹ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਐਗਰੀ ਤੇ ਕਲਚਰ। ਨੈਕਸਟ ਸਾਡਾ ਪਾਰਟ ਹੈ ਇੰਪੋਰਟੈਂਸ ਆਫ ਐਗਰੀਕਲਚਰ ਇਨ ਇੰਡੀਅਨ ਇਕਨੋਮੀ, ਭਾਰਤੀ ਅਰਥ ਵਿਵਸਥਾ ਵਿੱਚ ਖੇਤੀ ਦਾ ਮਹੱਤਵ। ਉਸ ਦੇ ਵਿੱਚ ਬੇਟਾ ਸਾਡਾ ਪਹਿਲਾ ਪੁਆਇੰਟ ਕੀ ਆ ਰਾਸ਼ਟਰੀ ਆਮਦਨ ਵਿੱਚ ਯੋਗਦਾਨ। ਕਹਿੰਦੇ ਐਗਰੀਕਲਚਰ ਦਾ ਜੋ ਸਾਡੀ ਨੈਸ਼ਨਲ ਇਨਕਮ ਹੈ ਉਹਦੇ ਵਿੱਚ ਕਿੰਨਾ ਕੰਟਰੀਬਿਊਸ਼ਨ ਹੈ। ਭਾਰਤ ਦੀ ਰਾਸ਼ਟਰੀ ਆਮਦਨ ਦਾ ਲਗਭਗ ਜਿਹੜਾ 40% ਹਿੱਸਾ ਹੈ ਨਾ ਉਹ ਖੇਤੀ ਔਰ ਵਣਾਂ ਆਦਿ ਪ੍ਰਾਥਮਿਕ ਕਿਰਿਆਵਾਂ ਤੋਂ ਹੀ ਪ੍ਰਾਪਤ ਹੁੰਦਾ ਹੈ। ਜੋ ਭਾਰਤ ਦੀ ਰਾਸ਼ਟਰੀ ਆਮਦਨ ਹੈ ਉਸ ਵਿੱਚ ਖੇਤੀ ਖੇਤਰ ਦਾ ਯੋਗਦਾਨ ਹੋਰ ਖੇਤਰਾਂ ਜਿਵੇਂ ਉਦਯੋਗ ਰੁਜ਼ਗਾਰ ਆਦਿ ਦੇ ਕੰਪੈਰੀਜ਼ਨ ਬਹੁਤ ਹੀ ਜ਼ਿਆਦਾ ਹੈ। ਸੰਸਾਰ ਦੇ ਜੋ ਬਹੁਤ ਹੀ ਡਿਵੈਲਪ ਔਰ ਧਨੀ ਦੇਸ਼ ਨੇ ਉਹਨਾਂ ਵਿੱਚ ਖੇਤੀ ਕਾਫੀ ਵਿਕਸਿਤ ਹੈ ਪਰੰਤੂ ਜਿਹੜੀ ਉਹਨਾਂ ਦੀ ਰਾਸ਼ਟਰੀ ਆਮਦਨ ਹੈ ਉਸ ਦਾ ਯੋਗਦਾਨ ਕਾਫੀ ਘੱਟ ਹੈ। ਨੈਕਸਟ ਪੁਆਇੰਟ ਹੈ ਕਿ ਜੋ ਭਾਰਤੀ ਅਰਥ ਵਿਵਸਥਾ ਵਿੱਚ ਖੇਤੀ ਦਾ ਮਹੱਤਵ ਕਿਸ ਲਈ ਹੈ ਅਨਾਜ ਪੂਰਤੀ ਦਾ ਸਾਧਨ ਹੈ। ਇਸ ਕਰਕੇ ਖੇਤੀ ਤੋਂ ਹੀ ਭਾਰਤ ਦੀ ਜਨਸੰਖਿਆ ਨੂੰ ਕੀ ਪ੍ਰਾਪਤ ਹੁੰਦਾ ਭੋਜਨ ਪਸ਼ੂਆਂ ਨੂੰ ਚਾਰਾ ਇਹ ਸਭ ਕੁਝ ਸਾਨੂੰ ਐਗਰੀਕਲਚਰ ਤੋਂ ਹੀ ਪ੍ਰਾਪਤ ਹੁੰਦਾ ਹੈ। ਖੇਤੀ ਦੇ ਵਿਕਾਸ ਨਾਲ ਜੋ ਦੇਸ਼ ਦੀ ਅੰਨ ਸਮੱਸਿਆ ਉਹ ਕਾਫੀ ਹੱਦ ਤੱਕ ਹੱਲ ਹੋ ਜਾਂਦੀ ਹੈ। ਜੋ ਇੱਕ ਤੰਦਰੁਸਤ ਵਿਅਕਤੀ ਹੈ ਉਸ ਨੂੰ ਡੇਲੀ ਕਿੰਨਾ ਭੋਜਨ ਪ੍ਰਾਪਤ ਹੁੰਦਾ ਹੈ 750 ਗ੍ਰਾਮ ਰੋਜ਼ਾਨਾ ਦੀ ਰੂਟੀਨ ਦੇ ਵਿੱਚ ਪ੍ਰਾਪਤ ਹੁੰਦਾ ਹੈ। ਠੀਕ ਹੈ ਔਰ ਭਾਰਤ ਦੇ ਵਿੱਚ ਮੱਛੀ ਦੁੱਧ ਆਂਡੇ ਆਦਿ ਦੀ ਪ੍ਰਾਪਤੀ ਕਹਿੰਦੇ ਬਹੁਤ ਹੀ ਘੱਟ ਹੈ ਇਸ ਲਈ ਅਨਾਜ ਦੀ ਇੱਥੇ ਵਧੇਰੇ ਜ਼ਰੂਰਤ ਹੁੰਦੀ ਹੈ। ਭਾਰਤ ਵਿੱਚ ਲੋਕਾਂ ਨੂੰ ਸਬਜ਼ੀਆਂ ਦਾਲਾਂ ਇਹਨਾਂ ਸਭ ਚੀਜ਼ਾਂ ਦੇ ਖਾਣ ਵਾਲੇ ਤੇਲਾਂ ਦੀ ਮਾਤਰਾ ਘੱਟ ਮਿਲਦੀ ਹੈ ਜਿਹੜੀ ਕਿ ਇੱਕ ਵਿਅਕਤੀ ਨੂੰ ਔਸਤਨ 28.5 ਗ੍ਰਾਮ ਮਾਤਰਾ ਮਿਲਣੀ ਚਾਹੀਦੀ ਹੈ ਪਰੰਤੂ 14.6 ਗ੍ਰਾਮ ਹੀ ਭਾਰਤ ਦੇ ਵਿੱਚ ਮਿਲਦੀ ਹੈ। ਸੋ ਸਟੂਡੈਂਟਸ ਅੱਜ ਲਈ ਤੁਹਾਡੇ ਟੌਪਿਕ ਦੇ ਵਿੱਚ ਇੰਨਾ ਹੀ। ਨੈਕਸਟ ਲੈਕਚਰ ਵਿੱਚ ਅੱਗੇ ਆਪਾਂ ਇਸ ਨੂੰ ਕੰਟੀਨਿਊ ਕਰਾਂਗੇ। ਥੈਂਕ ਯੂ।